ਮੇਰੇ ਸੇਮ ਸੋਟਾ ਵੱਲੋਂ ਅਤੇ ਅਵੇਅਰਨੈਸ ਮਿਨਿਸਟਰੀ ਵੱਲੋਂ ਸਾਰੇ ਹੀ ਸੰਸਾਰ ਦੇ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਉੱਤਮ ਨਾਮ ਵਿੱਚ ਜੈ ਮਸੀਹ ਦੇ। ਅੱਜ ਅਸੀਂ ਪਰਮੇਸ਼ਰ ਦੇ ਗਿਆਨ, ਸ਼ਰਾ, ਮਾਫੀ ਅਤੇ ਪ੍ਰਾਰਥਨਾ ਬਾਰੇ ਪਵਿੱਤਰ ਬਾਈਬਲ ਦੇ ਬਚਨਾਂ ਵਿੱਚੋਂ ਵੇਖਾਂਗੇ, ਜਾਣਾਂਗੇ ਕਿ ਪਰਮੇਸ਼ਰ ਯਹੋਵਾ ਪ੍ਰਭੂ ਯਿਸੂ ਜੀ ਇਸ ਆਪਣੇ ਬਚਨਾਂ ਵਿੱਚ ਸਾਨੂੰ ਕੀ ਸਿੱਖਿਆ ਦੇਣੀ ਚਾਹੁੰਦੇ ਹਨ। ਆਓ ਅਸੀਂ ਇਸ ਤੋਂ ਪਹਿਲਾਂ ਕਿ ਬਚਨਾਂ ਨੂੰ ਸ਼ੁਰੂ ਕਰੀਏ, ਅਸੀਂ ਪ੍ਰਭੂ ਯਿਸੂ ਮਸੀਹ ਆਪਣੇ ਬਣਾਉਣ ਵਾਲੇ ਜਗਤ ਦੇ ਸੱਚੇ ਨੂਰ ਦੇ ਅੱਗੇ ਪ੍ਰਾਰਥਨਾ ਕਰੀਏ ਤਾਂ ਜੋ ਉਹ ਸਾਨੂੰ ਬਲ ਬਖਸ਼ਣ, ਸਾਨੂੰ ਬੁੱਧ ਦੇਣ, ਤਾਂ ਜੋ ਉਹਨਾਂ ਦੇ ਬਚਨਾਂ ਨੂੰ ਅਸੀਂ ਠੀਕ ਤਰੀਕੇ ਨਾਲ ਪੜ੍ਹੀਏ, ਸੁਣੀਏ ਅਤੇ ਆਪਣੇ ਜੀਵਨਾਂ ਦੇ ਵਿੱਚ ਉਹਨਾਂ ਦੀ ਪਾਲਣਾ ਕਰਕੇ ਅਸੀਂ ਪੂਰਾ ਕਰਕੇ ਪ੍ਰਭੂ ਯਿਸੂ ਦੇ ਸਵਰਗ ਦੇ ਅਧਿਕਾਰੀ ਬਣ ਸਕੀਏ। ਸਭ ਸ਼ਕਤੀਮਾਨ ਪ੍ਰਭੂ ਯਿਸੂ ਜੀ, ਤੁਹਾਡੇ ਮਹਾਨ ਨਾਮ ਲਈ ਧੰਨਵਾਦ ਦਿੰਦੇ ਹੋਏ ਫਰਿਆਦ ਕਰਦੇ ਹਾਂ। ਪਿਤਾ ਜੀ, ਤੁਸੀਂ ਸਾਨੂੰ ਆਪਣੇ ਲਈ, ਆਪਣੀ ਮਹਿਮਾ ਲਈ ਖੁਦਾਵੰਦ ਜੀ ਬਣਾਇਆ, ਸਾਨੂੰ ਕਾਇਮ ਕੀਤਾ ਅਤੇ ਇੱਥੋਂ ਤੱਕ ਕਿ ਤੁਸੀਂ ਜਿਵੇਂ ਵਿਵਸਥਾ ਸਾਹਿਬ ਦੀ ਪੋਥੀ ਵਿੱਚ ਮੂਸਾ ਨਬੀ ਲਿਖਦਾ ਹੈ ਕਿ ਹੇ ਮੂਰਖ ਤੇ ਮਤਹੀਨ ਪਾਚਾ, ਕਿ ਯਹੋਵਾ ਤੁਹਾਡਾ ਪਿਤਾ ਨਹੀਂ ਜਿਸ ਨੇ ਤੁਹਾਨੂੰ ਮੁੱਲ ਲਿਆ, ਤੁਹਾਨੂੰ ਬਣਾਇਆ ਅਤੇ ਕਾਇਮ ਕੀਤਾ। ਸੋ ਸਾਡੇ ਲਈ ਤੁਸੀਂ ਜਾਨ ਦਿੱਤੀ। ਇਸ ਲਈ ਪਿਤਾ ਜੀ, ਅਸੀਂ ਤੁਹਾਡੀ ਵਡਿਆਈ ਕਰਦੇ ਹੋਏ ਫਰਿਆਦ ਕਰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਬੁੱਧ ਗਿਆਨ ਔਰ ਪਾਲਣਾ ਕਰਨ ਵਿੱਚ ਵਫਾਦਾਰ ਬਣਾਓ, ਤਾਂ ਕਿ ਤੁਹਾਡੀ ਬਾਣੀ ਨੂੰ ਅੱਛੀ ਤਰ੍ਹਾਂ ਸੁਣ ਕੇ, ਸਮਝ ਕੇ ਔਰ ਤੁਹਾਡੇ ਪਵਿੱਤਰ ਬਚਨਾਂ ਵਿੱਚੋਂ ਜਾਣ ਕੇ ਉਹਨਾਂ ਨੂੰ ਪੂਰਾ ਕਰੀਏ। ਆਮੀਨ। ਪ੍ਰਭੂ ਯਿਸੂ ਜੀ ਦੇ ਪਵਿੱਤਰ ਬਚਨਾਂ ਵਿੱਚ ਅੱਜ ਅਸੀਂ ਪਰਮੇਸ਼ਰ ਦੇ ਗਿਆਨ ਬਾਰੇ ਸਭ ਤੋਂ ਪਹਿਲਾਂ ਜਿਹੜਾ ਹੈ ਅਧਿਐਨ ਕਰਦੇ ਹਾਂ ਜਾਂ ਵਿਚਾਰ ਕਰਦੇ ਹਾਂ। ਸੁਲੇਮਾਨ ਪਾਤਸ਼ਾਹ ਪਵਿੱਤਰ ਬਾਈਬਲ ਦੇ ਕਹਾਵਤਾਂ ਦੀ 1:7 ਵਿੱਚ ਲਿਖਦਾ ਹੈ ਕਿ ਯਹੋਵਾ ਦਾ ਭੈ ਗਿਆਨ ਦਾ ਸ਼ੁਰੂ ਹੈ, ਮੂਰਖ ਬੁੱਧ ਅਤੇ ਸਿੱਖਾਂ ਨੂੰ ਤੁੱਛ ਜਾਣਦੇ ਹਨ। ਕਹਾਵਤ 1:29 ਵਿੱਚ ਲਿਖਦਾ ਹੈ ਕਿ ਮੂਰਖਾਂ ਨੇ ਗਿਆਨ ਨਾਲ ਵੈਰ ਰੱਖਿਆ ਅਤੇ ਉਹਨਾਂ ਨੇ ਯਹੋਵਾ ਦਾ ਭੈ ਚੁਣਨਾ ਪਸੰਦ ਨਾ ਕੀਤਾ। ਕਹਾਵਤਾਂ 9:10 ਵਿੱਚ ਫਿਰ ਲਿਖਦੇ ਨੇ ਕਿ ਯਹੋਵਾ ਦਾ ਭੈ ਬੁੱਧ ਦਾ ਮੁੱਢ ਹੈ, ਪਵਿੱਤਰ ਪੁਰਖ ਦਾ ਗਿਆਨ ਹੀ ਸਮਝ ਹੈ। ਇਸ ਲਈ ਕਹਾਵਤਾਂ 28:9 ਵਿੱਚ ਆਖਦਾ ਹੈ, ਜਿਹੜਾ ਯਹੋਵਾ ਦੀ ਵਿਵਸਥਾ, ਸ਼ਰਾ, ਕਾਨੂੰਨ, ਵਿਧੀਆਂ ਸੁਣਨਾ ਨਹੀਂ ਚਾਹੁੰਦੇ, ਸੋ ਸੁਣ ਤੋਂ ਕੰਨ ਫੇਰ ਲੈਂਦੇ ਹਨ, ਉਹਨਾਂ ਦੀ ਪ੍ਰਾਰਥਨਾ ਵੀ ਘਿਨਾਉਣੀ ਹੁੰਦੀ ਹੈ। ਫਿਰ ਕਹਾਵਤਾਂ 30:1 ਤੋਂ ਲਾ ਕੇ 6 ਵਿੱਚ ਬਿਆਨ ਕਰਦੇ ਹਨ ਕਿ ਜਕਾ ਦੇ ਪੁੱਤਰ ਗੂਰ ਦੀਆਂ ਗੱਲਾਂ ਦਾ ਅਗੰਬਾਕ ਉਹ ਪੁਰਸ਼ ਈਥੀਏਲ ਅਤੇ ਕੂਲ ਨੂੰ ਆਖਦਾ ਹੈ ਕਿ ਸੱਚੀ ਮੁੱਚੀ ਮੈਂ ਹੋਰ ਮਨੁੱਖਾਂ ਨਾਲੋਂ ਪਸ਼ੂਆਂ ਵਰਗਾ ਹਾਂ ਅਤੇ ਮੇਰੇ ਵਿੱਚ ਆਦਮੀ ਜਿਹੀ ਮਤ ਨਹੀਂ ਹੈ। ਮੈਂ ਬੁੱਧ ਦੀ ਸਿੱਖਿਆ ਨਹੀਂ ਪਾਈ, ਨਾ ਹੀ ਮੈਨੂੰ ਪਵਿੱਤਰ ਪੁਰਖ ਦਾ ਗਿਆਨ ਹੈ। ਆਕਾਸ਼ ਉੱਤੇ ਕੌਣ ਚੜ੍ਹਿਆ ਅਤੇ ਫਿਰ ਹੇਠਾਂ ਉਤਰਿਆ? ਕਿਹਨੇ ਪੌਣ ਨੂੰ ਆਪਣੀ ਮੁੱਠੀ ਵਿੱਚ ਸਮੇਟਿਆ? ਕਿਹਨੇ ਪਾਣੀਆਂ ਨੂੰ ਚਾਦਰ ਵਿੱਚ ਬੰਨ੍ਹਿਆ? ਕਿਹਨੇ ਧਰਤੀ ਦੇ ਬੰਨੇ ਠਾਏ? ਉਹਦਾ ਕੀ ਨਾਮ
ਅਤੇ ਉਹਦੇ ਪੁੱਤਰ ਦਾ ਕੀ ਨਾਮ ਹੈ। ਜੇ ਤੂੰ ਜਾਣਦਾ ਹੈ ਪਰਮੇਸ਼ਰ ਦਾ ਬਚਨ ਤਾਇਆ ਹੋਇਆ ਜਿਹੜੇ ਉਹਦੀ ਸ਼ਰਨ ਵਿੱਚ ਆਉਂਦੇ ਹਨ, ਉਹ ਉਹਨਾਂ ਦੀ ਢਾਲ ਹੈ। ਤੂੰ ਉਹਦੇ ਬਚਨਾਂ ਵਿੱਚ ਕੁਝ ਨਾ ਵਧਾ, ਕਿਤੇ ਨਾ ਹੋਵੇ ਅਜਿਹਾ ਨਾ ਹੋਵੇ ਭਈ ਉਹ ਤੈਨੂੰ ਤਾੜੇ ਅਤੇ ਝੂਠਾ ਨਿਕਲੇ। ਇਸੇ ਤਰ੍ਹਾਂ ਪ੍ਰਭੂ ਯਿਸੂ ਦੇ ਚੁਣੇ ਹੋਏ ਰਸੂਲ ਪਤਰਸ ਜੀ ਪਹਿਲੇ ਪੱਤਰ 4:11 ਵਿੱਚ ਲਿਖਦਾ ਹੈ ਕਿ ਜੇ ਕੋਈ ਗੱਲ ਕਰੇ ਤਾਂ ਉਹ ਪਰਮੇਸ਼ਰ ਦੀਆਂ ਬਾਣੀਆਂ ਦੇ ਅਨੁਸਾਰ ਕਰੇ, ਜੇ ਕੋਈ ਸੇਵਾ ਕਰੇ ਤਾਂ ਉਹ ਉਸ ਸਮਰੱਥਾ ਦੇ ਅਨੁਸਾਰ ਕਰੇ ਜੋ ਪਰਮੇਸ਼ਰ ਦਿੰਦਾ ਹੈ। ਭਈ ਸਭਨਾਂ ਗੱਲਾਂ ਵਿੱਚ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਜੀ ਦੀ ਮਹਿਮਾ ਕੀਤੀ ਜਾਵੇ, ਜਿਹਦੀ ਮਹਿਮਾ ਅਤੇ ਪ੍ਰਕਰਮਾ ਜੁਗੋ ਜੁਗ ਹੈ। ਇਸ ਲਈ ਦੂਸਰੇ ਪਤਰਸ ਔਰ 3:2 ਵਿੱਚ ਚੇਤਾਵਨੀ ਦਿੰਦਾ ਹੈ, ਹੁਸ਼ਿਆਰ ਕਰਦਾ ਹੈ, ਚੇਤਾਵਦਾ ਹੈ ਕਿ ਤੁਸੀਂ ਉਹਨਾਂ ਗੱਲਾਂ ਨੂੰ ਜਿਹੜੀਆਂ ਪਵਿੱਤਰ ਨਬੀਆਂ ਤੋਂ ਅੱਗੋਂ ਆਖੀਆਂ ਗਈਆਂ, ਨਾਲੇ ਪ੍ਰਭੂ ਅਤੇ ਮੁਕਤੀ ਦਾਤਾ ਪ੍ਰਭੂ ਯਿਸੂ ਮਸੀਹ ਦੀ ਆਗਿਆ ਨੂੰ ਜਿਹੜੀ ਤੁਹਾਡੇ ਰਸੂਲਾਂ ਦੇ ਰਾਹੀਂ ਕੀਤੀ ਗਈ ਚੇਤੇ ਰੱਖੋ। ਪੌਲ ਰਸੂਲ ਇੱਥੇ ਅਸੀਂ ਪਹਿਲੇ ਪਤਰਸ ਦੇ ਪਹਿਲੇ ਚੈਪਟਰ ਦੀ 10 ਤੋਂ ਜਿਹੜਾ ਹੈ ਜੇ ਪੜ੍ਹੀਏ ਤਾਂ ਉੱਥੇ ਮੁਕਤੀ ਦੇ ਬਾਰੇ ਜਿਹਦੀ ਮੁਕਤੀ ਪਰਮੇਸ਼ਰ ਜੀ ਨੇ ਸਾਡੇ ਲਈ ਤਿਆਰ ਕੀਤੀ ਉਸ ਬਾਰੇ ਲਿਖਦਾ ਹੈ। ਇਸੇ ਮੁਕਤੀ ਦੇ ਬਾਰੇ ਵਿੱਚ ਜਿਨ੍ਹਾਂ ਨਬੀਆਂ ਨੇ ਅਗੰਮਵਾਕ ਕੀਤਾ ਜੋ ਤੁਹਾਡੇ ਉੱਤੇ ਹੋਣ ਵਾਲੀ ਸੀ, ਉਹਨਾਂ ਵਿੱਚ ਮਸੀਹ ਦਾ ਆਤਮਾ ਸੀ। ਇਸ ਲਈ ਤੁਸੀਂ ਲਿਖਦੇ ਨੇ, ਇਸ ਲਈ ਤੁਸੀਂ ਫਿਰ ਦੁਆਰਾ ਦੂਸਰੇ ਪੱਤਰ 3:2 ਵਿੱਚ ਚੇਤਾਵਨੀ ਦਿੰਦੇ ਹੋਏ ਲਿਖਦੇ ਨੇ ਕਿ ਤੁਸੀਂ ਉਹਨਾਂ ਗੱਲਾਂ ਨੂੰ ਜਿਹੜੀਆਂ ਪਵਿੱਤਰ ਨਬੀਆਂ ਤੋਂ ਆਖੀਆਂ ਗਈਆਂ, ਨਾਲੇ ਪ੍ਰਭੂ ਯਿਸੂ ਮਸੀਹ ਦੀ ਆਗਿਆ ਨੂੰ ਜਿਹੜੀ ਤੁਹਾਡੇ ਰਸੂਲਾਂ ਦੇ ਰਾਹੀਂ ਕੀਤੀ ਗਈ ਚੇਤੇ ਰੱਖੋ। ਪੌਲ ਰਸੂਲ ਜੀ ਦੂਸਰੇ ਤਿਮੋਥੀ 3:16-17 ਵਿੱਚ ਲਿਖਦਾ ਹੈ ਕਿ ਸਾਰੀ ਲਿਖਤ ਪਰਮੇਸ਼ਰ ਮਸੀਹ ਪ੍ਰਭੂ ਦੇ ਆਤਮਾ ਤੋਂ ਹੈ, ਜਿਹੜੀ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਕੰਮ ਗਜ਼ਾਉਣ ਲਈ ਗੁਣਕਾਰ ਹੈ, ਤਾਂ ਜੋ ਪਰਮੇਸ਼ਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਕਰਨ ਲਈ ਤਿਆਰ ਕੀਤਾ ਹੋਇਆ ਹੋਵੇ। ਸੋ ਯਹੂਨਾ ਰਸੂਲ ਚੇਤਾਵਨੀ ਦਿੰਦਾ ਹੈ ਦੂਸਰੇ ਯਹੂਨਾ 1:9-11 ਵਿੱਚ ਕਿ ਹਰ ਕੋਈ ਜਿਹੜਾ ਆਗੂ ਬਣ ਕੇ ਮਸੀਹ ਦੀ ਸਿੱਖਿਆ ਉੱਤੇ ਨਹੀਂ ਰਹਿੰਦਾ ਹੈ, ਨਹੀਂ ਚੱਲਦਾ ਹੈ, ਪਰਮੇਸ਼ਰ ਉਹਦੇ ਕੋਲ ਨਹੀਂ ਹੈ। ਜਿਹੜਾ ਪ੍ਰਭੂ ਯਿਸੂ ਮਸੀਹ ਦੀ ਸਿੱਖਿਆ ਉੱਤੇ ਕਾਇਮ ਰਹਿੰਦਾ ਹੈ, ਉਹਦੇ ਕੋਲ ਪਿਤਾ ਅਤੇ ਪੁੱਤਰ ਵੀ ਹੈ। ਜੇ ਕੋਈ ਤੁਹਾਡੇ ਕੋਲ ਆਵੇ ਅਤੇ ਇਹ ਸਿੱਖਿਆ ਨਾ ਲਿਆਵੇ ਤਾਂ ਉਹਨੂੰ ਘਰ ਨਾ ਤਾਰੋ, ਨਾ ਉਹਦੀ ਸੁੱਖ ਮਨਾਓ, ਕਿਉਂਕਿ ਜਿਹੜਾ ਉਸਦੀ ਸੁੱਖ ਮਨਾਉਂਦਾ ਹੈ ਉਹ ਉਹਦੇ ਬੁਰੇ ਕੰਮਾਂ ਦਾ ਭਾਗੀ ਬਣਦਾ ਹੈ। ਸੋ ਯਾਦ ਰੱਖੋ ਇਸ ਚੇਤਾਵਨੀ ਨੂੰ। ਹੁਣ ਪ੍ਰਭੂ ਯਿਸੂ ਮਸੀਹ ਜੀ ਸੈਨਾ ਦੇ ਯਹੋਵਾ ਪ੍ਰਭੂ ਯਿਸੂ ਮਸੀਹ ਜੀ ਮੱਤੀ 9:10-13 ਵਿੱਚ ਅਤੇ 12-6-8 ਵਿੱਚ ਫਰੀਸੀਆਂ ਨੂੰ ਆਖਦਾ ਹੈ, ਮੈਂ ਬਲੀਦਾਨ ਨੂੰ ਨਹੀਂ ਪਰ ਦਇਆ ਨੂੰ ਚਾਹੁੰਦਾ ਹਾਂ, ਕਿਉਂ ਜੋ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਬੁਲਾਉਣ ਆਇਆ ਹਾਂ। ਮੈਂ ਹੈਕਲ ਨਾਲੋਂ ਵੱਡਾ ਹਾਂ। ਮੈਂ ਬਲੀਦਾਨ ਨੂੰ ਨਹੀਂ ਸਗੋਂ ਦਇਆ ਨੂੰ ਚਾਹੁੰਦਾ ਹਾਂ। ਮੈਂ ਸਬਤ ਦੇ ਦਿਨ ਦਾ ਮਾਲਕ ਹਾਂ। ਮੈਂ ਹੈਕਲ ਤੋਂ ਵੱਡਾ ਹਾਂ। ਇਸੇ ਤਰ੍ਹਾਂ ਫਿਰ ਸੈਨਾ ਦੇ ਯਹੋਵਾ ਮਸੀਹ ਪਰਮੇਸ਼ਰ ਜੀ ਹੋਸ਼ਿਆ ਦੇ 4:6 ਵਿੱਚ ਆਖਦੇ ਹਨ ਕਿ ਮੇਰੀ ਪਰਜਾ ਗਿਆਨ ਦੇ ਬਿਨਾਂ ਨਾਸ ਹੁੰਦੀ ਹੈ। ਫਿਰ ਅੱਗੇ ਆਖਦੇ ਨੇ 6:6 ਵਿੱਚ ਕਿ ਮੈਂ ਦਇਆ ਚਾਹੁੰਦਾ ਹਾਂ, ਮੈਂ
ਦਇਆ ਚਾਹੁੰਦਾ ਹਾਂ। ਮੈਂ ਗਿਆਨ ਨਾਲੋਂ ਵੱਧ ਕੇ ਦਇਆ ਚਾਹੁੰਦਾ ਹਾਂ ਅਤੇ ਪਰਮੇਸ਼ਰ ਜੀ ਦਾ ਗਿਆਨ। ਸੋ ਪਰਮੇਸ਼ਰ ਜੀ ਦੇ ਗਿਆਨ ਦੇ ਬਾਰੇ ਵਿੱਚ ਵਾਰ-ਵਾਰ ਅਸੀਂ ਇੱਥੇ ਸਿੱਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਦੇ ਗਿਆਨ ਦੇ ਬਿਨਾਂ ਜਾਂ ਯਹੋਵਾ ਪਰਮੇਸ਼ਰ ਜੀ ਦੇ ਗਿਆਨ ਦੇ ਬਿਨਾਂ ਜਿਹੜੇ ਆ ਪਰਮੇਸ਼ਰ ਜੀ ਆਖਦੇ ਨੇ ਜੋ ਪਰਮੇਸ਼ਰ ਯਿਸੂ ਜੀ ਕਿ ਮੇਰੀ ਪ੍ਰਜਾ ਨਾਸ ਹੁੰਦੀ ਹੈ। ਇਸ ਲਈ ਗਿਆਨ ਦਾ ਹੋਣਾ ਸਾਨੂੰ ਬਹੁਤ ਜ਼ਰੂਰੀ ਹੈ। ਇਸੇ ਲਈ ਪੌਲ ਰਸੂਲ ਜੀ ਆਪਣੇ ਕੁਲਸੀਆਂ 3:16-17 ਵਿੱਚ ਲਿਖਦੇ ਹਨ। ਸਾਨੂੰ ਉਹ ਗੱਲਾਂ ਵੀ ਯਾਦ ਰੱਖਣੀਆਂ ਚਾਹੀਦੀਆਂ ਹਨ। ਲਿਖਦੇ ਹਨ ਕਿ ਮਸੀਹ ਦਾ ਬਚਨ ਪੂਰੀ ਬੁੱਧ ਨਾਲ ਬਹੁਤਾ ਕਰਕੇ ਤੁਹਾਡੇ ਵਿੱਚ ਵਸੇ ਤੇ ਤੁਸੀਂ ਭਜਨਾਂ ਯਬੂਰਾਂ ਅਤੇ ਆਤਮਿਕ ਗੀਤਾਂ ਦੁਆਰਾ ਇੱਕ ਦੂਸਰੇ ਨੂੰ ਉਪਦੇਸ਼ ਕਰਿਆ ਕਰੋ ਅਤੇ ਚਿਤਾਰਿਆ ਕਰੋ ਅਤੇ ਪਰਮੇਸ਼ਰ ਨੂੰ ਆਪਣੇ ਦਿਲਾਂ ਵਿੱਚ ਗਾਇਆ ਕਰੋ ਅਤੇ ਜੋ ਕੁਝ ਤੁਸੀਂ ਕਰੋ ਭਾਵੇਂ ਬਚਨ ਅਤੇ ਭਾਵੇਂ ਕਰਮ ਜਾਂ ਕੰਮ ਸਭ ਹੀ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਕਰੋ ਅਤੇ ਉਹਦੇ ਰਾਹੀਂ ਪਿਤਾ ਪਰਮੇਸ਼ਰ ਦਾ ਧੰਨਵਾਦ ਕਰੋ। ਇਸ ਲਈ ਸਾਨੂੰ ਇਹਨਾਂ ਵਚਨਾਂ ਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਹੈ। ਮੈਂ ਇੱਥੇ ਤੁਹਾਡਾ ਧਿਆਨ ਸਭਨਾਂ ਦਾ ਦਿਵਾਉਣਾ ਚਾਹੁੰਦਾ ਹਾਂ ਕਿ ਜਦੋਂ ਪ੍ਰਭੂ ਯਿਸੂ ਜੀ ਨੂੰ ਸਲੀਬ ਉੱਤੇ ਚੜਾਇਆ ਗਿਆ ਤਾਂ ਉਸ ਵਕਤ ਸਲੀਬ ਤੇ ਚੜੇ ਹੋਏ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਸਲੀਬ ਤੇ ਚੜਾਉਣ ਵਾਲਿਆਂ ਲਈ ਲੂਕਾ 23:34 ਵਿੱਚ ਆਖਿਆ, ਇਹ ਪਿਤਾ ਉਹਨਾਂ ਨੂੰ ਮਾਫ ਕਰ ਕਿਉਂ ਜੋ ਉਹ ਨਹੀਂ ਜਾਣਦੇ ਕਿ ਕੀ ਕਰਦੇ ਹਨ। ਇਸ ਲਈ ਕਈ ਲੋਕ ਪਵਿੱਤਰ ਬਾਈਬਲ ਦੇ ਪੂਰੇ ਗਿਆਨ ਦੇ ਬਿਨਾਂ ਸੋਚਦੇ ਹਨ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਸਲੀਬ ਤੇ ਚੜਾਉਣ ਵਾਲਿਆਂ ਨੂੰ ਮਾਫ ਕਰ ਦਿੱਤਾ। ਪਰ ਜੇ ਅਸੀਂ ਪਵਿੱਤਰ ਬਾਈਬਲ ਵਿੱਚੋਂ ਰਸੂਲਾਂ ਦੇ ਕਰਤਾਬ 3:1-19 ਅਤੇ ਰਸੂਲਾਂ ਦੇ ਕਰਤਾਬ ਜਿਹੜੀ ਆ 4-12 ਪੜ੍ਹੀਏ, ਚੌਥਾ ਚੈਪਟਰ ਉਹਦੀ 5-12 ਪੜ੍ਹੀਏ ਤਾਂ ਇਸ ਬਾਰੇ ਹੋਰ ਵੀ ਸਾਨੂੰ ਸੱਚਾਈ ਦਾ ਪਤਾ ਚੱਲਦਾ ਹੈ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਉਹਨਾਂ ਨੂੰ ਮਾਫ ਨਹੀਂ ਕੀਤਾ ਸੀ ਬਲਕਿ ਉਹਨਾਂ ਲਈ ਸਿਫਾਰਿਸ਼ ਕੀਤੀ ਸੀ। ਜਿਵੇਂ ਉਹਨਾਂ ਨੇ ਪਹਿਲਾਂ ਜ਼ਬੂਰ 109:2-4 ਵਿੱਚ ਦਾਊਦ ਨਬੀ ਦੀ ਜਵਾਨੀ ਅਗੰਮ ਵਾਕ ਕੀਤਾ ਸੀ, ਪੂਰਾ ਕੀਤਾ, ਕਿਉਂਕਿ ਉਹ ਲਿਖਦੇ ਹਨ, ਉਹ ਆਖਦੇ ਹਨ, ਯਹੋਵਾ ਪਰਮੇਸ਼ਰ ਜੀ ਦਾਊਦ ਨਬੀ ਦੀ ਜਵਾਨੀ ਕਿਉਂ ਜੋ ਉਹਨਾਂ ਨੇ ਭੈੜਾ ਮੂੰਹ ਅਤੇ ਛਲ ਵਾਲਾ ਮੂੰਹ ਮੇਰੇ ਵਿਰੁੱਧ ਖੋਲ੍ਹਿਆ, ਉਹ ਝੂਠੀ ਜੀਭ ਨਾਲ ਮੈਨੂੰ ਬੋਲੇ, ਉਹਨਾਂ ਨੇ ਵੈਰ ਦੀਆਂ ਗੱਲਾਂ ਨਾਲ ਮੈਨੂੰ ਘੇਰ ਲਿਆ ਅਤੇ ਤਗਾਣੇ ਮੇਰੇ ਨਾਲ ਝਗੜੇ, ਮੇਰੇ ਪ੍ਰੇਮ ਪਿਆਰ ਦੇ ਬਦਲੇ ਉਹ ਮੇਰਾ ਵਿਰੋਧ ਕਰਦੇ ਹਨ, ਪਰ ਮੈਂ ਉਹਨਾਂ ਲਈ ਪ੍ਰਾਰਥਨਾ ਕਰਦਾ ਹਾਂ। ਸੋ ਇਸੇ ਲਈ ਫਿਰ ਪ੍ਰਭੂ ਯਿਸੂ ਜੀ ਆਪਣੇ ਚੇਲਿਆਂ ਨੂੰ ਵੀ ਆਖਦੇ ਹਨ ਕਿ ਮੱਤੀ 43:45 ਵਿੱਚ ਆਖਦੇ ਹਨ, ਤੁਸੀਂ ਆਪਣੇ ਸਤਾਉਣ ਵਾਲਿਆਂ ਲਈ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਆਪਣੇ ਪਿਤਾ ਦੇ ਜਿਹੜਾ ਸੁਰਗ ਵਿੱਚ ਹੈ ਪੁੱਤਰ ਹੋਵੋ, ਕਿਉਂਕਿ ਉਹ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਚਮਕਾਉਂਦਾ ਹੈ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ। ਇਸ ਲਈ ਫਿਰ ਯਾਦ ਦਿਲਾਉਂਦੇ ਹਨ ਹੋਸ਼ਿਆ ਵਿੱਚ ਕਿ ਅਤੇ ਮੱਤੀ 9:11 ਵਿੱਚ ਅਤੇ ਫਿਰ ਮੱਤੀ 12:1-8 ਵਿੱਚ ਯਾਦ ਦਿਲਾਉਂਦੇ ਹਨ ਕਿ ਮੈਂ ਦਇਆ ਚਾਹੁੰਦਾ ਹਾਂ। ਮੈਂ ਜਿਵੇਂ ਉਹਨਾਂ ਨੇ ਪਹਿਲਾਂ ਮੱਤੀ 9:10-13 ਅਤੇ 12:1-8 ਵਿੱਚ ਆਖਿਆ ਸੀ, ਇਵੇਂ ਹੁਣ ਫਿਰ ਮੈਂ ਤੁਹਾਨੂੰ ਯਾਦ ਦਿਲਾਉਂਦਾ ਹਾਂ। ਪ੍ਰਭੂ ਯਿਸੂ ਜੀ ਅਤੇ ਹੋਸ਼ਿਆ ਵਿੱਚ ਇਸ ਤੋਂ ਪਹਿਲਾਂ ਪੁਰਾਣੇ ਆਦਨਾਮੇ ਵਿੱਚ ਆਖਿਆ ਸੀ ਯਹੋਵਾ ਪਰਮੇਸ਼ਰ ਮਸੀਹ ਨੇ ਕਿ ਮੈਂ ਦਇਆ ਚਾਹੁੰਦਾ ਹਾਂ, ਬਦਲਾਨ ਨਹੀਂ,
ਅਤੇ ਹੋਮ ਬਲੀਆਂ ਨਾਲੋਂ ਵੱਧ ਕੇ ਮੈਂ ਪਰਮੇਸ਼ਰ ਦਾ ਗਿਆਨ ਚਾਹੁੰਦਾ ਹਾਂ। ਇਸੇ ਲਈ ਜੇ ਅਸੀਂ ਜਰਮਾਇਆ ਪੜ੍ਹੀਏ 7ਵਾਂ ਚੈਪਟਰ ਪੜ੍ਹੀਏ, ਉਸ ਵਿੱਚ ਆਖਦੇ ਹਨ ਕਿ 7 ਦੀ 16 ਤੋਂ 26 ਵਿੱਚ ਆਖਦੇ ਹਨ ਕਿ ਤੂੰ ਇਹਨਾਂ ਲਈ ਪ੍ਰਾਰਥਨਾ ਨਾ ਕਰ, ਮੈਂ ਤੇਰੀ ਨਹੀਂ ਸੁਣਾਂਗਾ। ਤੂੰ ਅਰਦਾਸ ਨਾ ਕਰ, ਕਿਉਂਕਿ ਮੈਂ ਤੇਰੀ ਨਹੀਂ ਸੁਣਾਂਗਾ, ਕਿਉਂਕਿ ਤੂੰ ਵੇਖਦਾ ਨਹੀਂ ਕਿ ਕੀ ਕਰਦੇ ਹਨ। ਇਹ ਕਿਸ ਤਰੀਕੇ ਨਾਲ ਯਹੂਦਾ ਦੇ ਸ਼ਹਿਰਾਂ ਅਤੇ ਯਰੂਸ਼ਲਮ ਵਿੱਚ ਮੇਰੇ ਵਿਰੁੱਧ ਕਰ ਰਹੇ ਹਨ, ਮੈਂ ਬਲੀਆਂ ਚੜਾ ਰਹੇ ਹਨ। ਇਹਨਾਂ ਦੇ ਬੱਚੇ ਲੱਕੜੀਆਂ ਚੁਗਦੇ ਹਨ ਔਰ ਇਹ ਆਪ ਬਲੀਆਂ ਤਿਆਰ ਕਰਕੇ ਜਿਹੜੇ ਹੈ ਸ਼ੈਤਾਨ ਨੂੰ ਚੜਾਉਂਦੇ ਹਨ। ਸੋ ਇਸ ਲਈ ਪ੍ਰਭੂ ਯਿਸੂ ਜੀ ਆਖਦੇ ਨੇ ਕਿ ਇਹਨਾਂ ਲੋਕਾਂ ਨੂੰ ਜਦੋਂ ਮੈਂ ਇਸਰਾਇਲ ਵਿੱਚੋਂ ਮਸੀਹ ਪ੍ਰਭੂ ਜੀ ਆਖਦੇ ਹਨ ਕੱਢ ਕੇ ਲਿਆ, ਤਾਂ ਮੈਂ ਇਹਨਾਂ ਨੂੰ ਬਲੀਆਂ ਚੜਾਉਣ ਦੇ ਬਾਰੇ ਨਹੀਂ ਆਖਿਆ, ਸਗੋਂ ਮੈਂ ਆਖਿਆ ਕਿ ਤੁਸੀਂ ਮੇਰੇ ਬਚਨਾਂ ਨੂੰ ਸੁਣੋ। ਜੇ ਤੁਸੀਂ ਮੇਰੇ ਬਚਨਾਂ ਨੂੰ ਸੁਣੋਗੇ ਤਾਂ ਬਰਕਤ ਪਾਓਗੇ, ਪਰ ਇਹਨਾਂ ਨੇ ਮੇਰੇ ਬਚਨਾਂ ਨੂੰ ਨਾ ਸੁਣਿਆ। ਇਸ ਲਈ ਇਹ ਮੇਰੀ ਪ੍ਰਜਾ ਜਿਹੜੀ ਹੈ ਮੇਰੇ ਗਿਆਨ ਦੇ ਬਿਨਾਂ ਨਾਸ ਹੁੰਦੀ ਹੈ। ਅਸੀਂ ਹੁਣ ਅੱਗੇ ਜੋ ਹੈ ਆਪਣੇ ਪ੍ਰਭੂ ਯਿਸੂ ਨੇ ਸਲੀਬ ਉੱਤੇ ਆਪਣੇ ਚੜੇ ਹੋਏ ਆਪਣੇ ਸਲੀਬ ਤੇ ਚੜਾਉਣ ਵਾਲੇ ਲੋਕਾਂ ਨੂੰ ਲੂਕਾ 23:34 ਵਿੱਚ ਆਖਿਆ ਸੀ, ਅਸੀਂ ਵੇਖਾਂਗੇ ਇਹਨਾਂ ਬਚਨਾਂ ਦੀ ਸੱਚਾਈ ਨੂੰ। ਅਸੀਂ ਰਸੂਲਾਂ ਦੇ ਕਿਤਾਬ 3 ਦੇ 1 ਤੋਂ ਲਾ ਕੇ 19 ਵਿੱਚ ਅਧਿਐਨ ਕਰਦੇ ਹੋਏ ਜਾਣਾਂਗੇ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਉਹਨਾਂ ਨੂੰ ਮਾਫ ਨਹੀਂ ਕੀਤਾ ਸੀ, ਬਲਕਿ ਉਹਨਾਂ ਲਈ ਸਿਫਾਰਿਸ਼ ਕੀਤੀ ਸੀ। ਕਿਉਂਕਿ ਪਤਰਸ ਰਸੂਲ 3 ਰਸੂਲਾਂ ਦੀ ਕਿਤਾਬ 3 ਤੋਂ 1 ਵਿੱਚ ਇਸ ਨੂੰ ਜਿਹੜਾ ਹੈ ਉਹਦੇ ਵਿੱਚ ਬਿਆਨ ਕੀਤਾ ਗਿਆ ਹੈ ਕਿ ਪਤਰਸ ਅਤੇ ਰਸੂਲ ਪਹਿਲੇ ਤਾਂ ਸ਼ੁਰੂ ਕਰਦੇ ਹਨ। ਪਤਰਸ ਅਤੇ ਯਹੂਨਾ ਰਸੂਲ ਤੀਏ ਪਹਿਰ ਦੀ ਪ੍ਰਾਰਥਨਾ ਲਈ ਹੈਕਲ ਵਿੱਚ ਗਏ ਜਾ ਰਹੇ ਸੀ ਅਤੇ ਰਸਤੇ ਵਿੱਚ ਉਹਨਾਂ ਨੂੰ ਇੱਕ ਯਮਾਨਰੂ ਅੰਨਾ ਲੰਗਾ ਵੇਖ ਕੇ ਉਹਨਾਂ ਤੋਂ ਕੁਝ ਹਾਸਲ ਕਰਨ ਦੀ ਖਾਤਰ ਉਸਨੇ ਆਸ ਕੀਤੀ। ਪਰ ਪਤਰਸ ਰਸੂਲ ਨੇ ਆਖਿਆ ਕਿ ਚਾਂਦੀ ਸੋਨਾ ਤਾਂ ਮੇਰੇ ਕੋਲ ਨਹੀਂ ਹੈ, ਪਰ ਜੋ ਕੁਝ ਮੇਰੇ ਕੋਲ ਹੈ ਮੈਂ ਤੈਨੂੰ ਦਿੰਦਾ ਹਾਂ। ਤੇ ਅੱਗੇ ਉਸ ਲੰਗੇ ਨੂੰ ਆਖਦੇ ਹਨ ਆਖਦੇ ਹਨ ਕਿ ਯਿਸੂ ਨਾਮ ਦੇ ਨਾਲ ਤੁਰ ਫਿਰ। ਤਾਂ ਉਸ ਪਤਰ ਨੇ ਉਹਦਾ ਸੱਜਾ ਹੱਥ ਫੜ ਕੇ ਉਸ ਨੂੰ ਉਠਾ ਲਿਆ। ਉਸੇ ਵੇਲੇ ਉਹਦੇ ਪੈਰ ਔਰ ਗਿੱਟੇ ਚੰਗੇ ਹੋ ਗਏ। ਫਿਰ ਉਹ ਜਿਹੜਾ ਮੰਗਤਾ ਸੀ, ਭੀਖ ਮੰਗਣ ਵਾਲਾ ਸੀ, ਜਿਹੜਾ ਸੋਹਣੇ ਫਟਕ ਤੇ ਬੈਠਾ ਹੁੰਦਾ ਸੀ ਉਹਨਾਂ ਦੇ ਨਾਲ ਜਿਹੜਾ ਹੈ ਚੰਗਾ ਪੱਲਾ ਹੋ ਕੇ ਛਾਲਾ ਮਾਰਦਾ ਹੋਇਆ ਹੈਕਲ ਨੂੰ ਉਹਨਾਂ ਦੇ ਨਾਲ ਗਿਆ। ਜਿਸ ਵੇਲੇ ਉਹਨਾਂ ਜਿਹੜੇ ਹੈਕਲ ਵਿੱਚ ਲੋਕ ਸਨ, ਉਹਨਾਂ ਨੇ ਜਿਹੜਾ ਇਸਰਾਇਲੀ ਲੋਕਾਂ ਨੇ ਇਹ ਵੇਖ ਕੇ ਹੈਰਾਨ ਮੰਨਿਆ ਅਤੇ ਜੋ ਮੰਗਤਾ ਸੀ ਉਹ ਜਮਾਨੋਂ ਠੀਕ ਹੋਇਆ ਸੀ। ਉਸ ਵੇਲੇ ਉਹ ਪਤਰਸ ਅਤੇ ਯਹੂਨਾ ਨੂੰ ਚਿੰਬੜਦਾ ਜਾਂਦਾ ਸੀ। ਸਾਰੇ ਲੋਕ ਬਹੁਤ ਦੰਗ ਹੋਏ ਅਤੇ ਦਲਾਨ ਵਿੱਚ ਜਿਹੜਾ ਸੁਲੇਮਾਨ ਦਾ ਆਖੀਦਾ ਹੈ ਉਹਨਾਂ ਕੋਲ ਦੌੜੇ ਆਏ। ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਅੱਗੋਂ ਆਖਿਆ, ਇਹ ਇਸਰਾਇਲੀਓ, ਐਸ ਮਨੁੱਖ ਉੱਤੇ ਤੁਸੀਂ ਕਿਉਂ ਚੱਜ ਮੰਨਦੇ ਹੋ ਅਤੇ ਸਾਡੀ ਵੱਲ ਕਿਉਂ ਤੱਕ ਰਹੇ ਹੋ? ਭਈ ਜਾਣੀਦਾ ਅਸਾਂ ਆਪਣੀ ਸਮਰਥਾ ਜਾਂ ਭਗਤੀ ਨਾਲ ਇਹਨੂੰ ਤੁਰਨ ਦੀ ਸ਼ਕਤੀ ਦਿੱਤੀ। ਅਬਰਾਹਮ ਅੱਗੋਂ ਆਖਦੇ ਹਨ ਕਿ ਅਬਰਾਹਮ, ਇਸਹਾਕ ਅਤੇ ਯਾਕੂਬ ਦੇ ਪਰਮੇਸ਼ਰ ਨੇ, ਅਰਥਾਤ ਸਾਡੇ ਵੱਡਿਆਂ ਪਿਓ ਦਾਦਿਆਂ ਦੇ ਪਰਮੇਸ਼ਰ ਨੇ ਆਪਣੇ ਸੇਵਕ ਯਿਸੂ ਦੀ ਵਡਿਆਈ ਕੀਤੀ, ਜਿਹਨੂੰ ਤੁਸਾਂ ਹਵਾਲੇ
ਕੀਤਾ ਅਤੇ ਪਿਲਾਤੂਸ ਦੇ ਸਾਹਮਣੇ ਉਸ ਤੋਂ ਇਨਕਾਰ ਕੀਤਾ, ਜਾਂ ਪਿਲਾਤੂਸ ਹਾਕਮ ਨੇ ਉਹਨੂੰ ਛੱਡ ਦੇਣ ਦੀ ਦਲੀਲ ਕੀਤੀ। ਪਰ ਤੁਸਾਂ ਉਸ ਪਵਿੱਤਰ ਅਤੇ ਧਰਮੀ ਤੋਂ ਇਨਕਾਰ ਕੀਤਾ ਅਤੇ ਚਾਹਿਆ ਭਈ ਇਹ ਖੂਨੀ ਤੁਹਾਡੇ ਲਈ ਛੱਡਿਆ ਜਾਵੇ। ਪਰ ਜੀਉਣ ਦੇ ਕਰਤਾ ਨੂੰ, ਪ੍ਰਭੂ ਯਿਸੂ ਜੀ ਨੂੰ, ਜੀਉਣ ਦੇ ਕਰਤਾ ਨੂੰ ਮਾਰ ਸੁੱਟਿਆ, ਜਿਹਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਵਾਲਿਆ। ਅਸੀਂ ਇਸ ਗੱਲ ਦੇ ਗਵਾਹ ਹਾਂ। ਉਹਦੇ ਨਾਮ ਉੱਤੇ ਨਿਚਾ ਕਰਨ ਕਰਕੇ ਉਹਦੇ ਨਾਮ ਹੀ ਨੇ ਇਸ ਮਨੁੱਖ ਨੂੰ, ਜਿਹਨੂੰ ਤੁਸੀਂ ਵੇਖਦੇ ਅਤੇ ਜਾਣਦੇ ਹੋ, ਤਕੜਾ ਕੀਤਾ। ਹਾਂ, ਉਸੇ ਨੇਚਾ ਨੇ ਜਿਹੜੀ ਉਸ ਦੇ ਦੁਆਰੇ ਤੋਂ, ਮੀਨ ਪ੍ਰਭੂ ਯਿਸੂ ਦੇ ਦੁਆਰੇ ਤੋਂ ਹੈ। ਇਹ ਪੂਰੀ ਤੰਦਰੁਸਤੀ ਤੁਸਾਂ ਸਭਨਾਂ ਦੇ ਸਾਹਮਣੇ ਉਸ ਲੰਗੜੇ ਨੂੰ ਦਿੱਤੀ। ਹੁਣ ਹੇ ਭਾਈਓ, ਮੈਂ ਜਾਣਦਾ ਹਾਂ, ਪਤਰ ਰਸੂਲ ਜੀ ਆਖਦੇ ਨੇ, ਮੈਂ ਜਾਣਦਾ ਹਾਂ ਉਹਨਾਂ ਇਸਰਾਏਲੀਆਂ ਨੂੰ ਜਿਨ੍ਹਾਂ ਨੇ ਸਲੀਬ ਉੱਤੇ, ਉਹਨਾਂ ਯਹੂਦੀਆਂ ਨੂੰ, ਉਹਨਾਂ ਬਜ਼ੁਰਗਾਂ ਗ੍ਰੰਥਾਂ ਆਖਿਆ ਜਿਨ੍ਹਾਂ ਨੇ ਸਲੀਬ ਤੇ ਚੜਾਇਆ ਸੀ, ਆਖਿਆ ਹੁਣ ਹੇ ਭਾਈਓ, ਮੈਂ ਜਾਣਦਾ ਹਾਂ ਤੁਸਾਂ ਅਣਜਾਣ ਪੁਣੇ ਨਾਲ ਇਹ ਕੀਤਾ, ਜਿਵੇਂ ਤੁਹਾਡੇ ਸਰਦਾਰਾਂ ਜਿਹੜੇ ਕੌਣ ਸੀ, ਯਹੂਦੀ, ਫਰੀਸੀ, ਪ੍ਰਧਾਨ ਜਾਜਕ, ਲੋਕਾਂ ਦੇ ਬਜ਼ੁਰਗ ਗ੍ਰੰਥੀ ਸਨ, ਉਹਨਾਂ ਨੇ ਵੀ ਕੀਤਾ। ਪਰ ਜਿਨ੍ਹਾਂ ਗੱਲਾਂ ਦੀ ਪਰਮੇਸ਼ਰ ਨੇ ਸਭਨਾਂ ਨਬੀਆਂ ਦੀ ਜਵਾਨੀ ਅਗੇਤੀ ਖਬਰ ਦਿੱਤੀ ਸੀ ਕਿ ਮੇਰਾ ਮਸੀਹ ਨੇ ਦੁੱਖ ਝੱਲਣਾ ਹੈ, ਉਸਨੇ ਇਉਂ ਪੂਰੀਆਂ ਕੀਤੀਆਂ। ਇਸ ਲਈ ਤੋਬਾ ਕਰੋ ਅਤੇ ਮੁੜੋ ਭਈ ਤੁਹਾਡੇ ਪਾਪ ਮਿਟਾਏ ਜਾਣ, ਤਾਂ ਜੋ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ। ਅੱਗੇ ਫਿਰ ਦੂਸਰੇ ਦਿਨ ਇਉਂ ਹੋਇਆ ਕਿ ਜਾਂ ਉਹਨਾਂ ਸਰਦਾਰਾਂ, ਬਜ਼ੁਰਗਾਂ ਤੇ ਗ੍ਰੰਥੀਆਂ ਨੇ ਚੂਸਮ ਵਿੱਚ ਇਕੱਠੇ ਹੋ ਕੇ ਪਤਰਸ ਅਤੇ ਬਾਕੀ ਦੇ ਰਸੂਲਾਂ ਤੋਂ ਪੁੱਛਿਆ ਕਿ ਇਹ ਤੁਸੀਂ ਖੜਾ ਕਰਕੇ ਪੁੱਛਿਆ ਕਿ ਕਿਹੜੀ ਸ਼ਕਤੀ ਜਾਂ ਕਿਹੜੇ ਨਾਮ ਨਾਲ ਕੀਤਾ। ਤਦੋਂ ਪਤਰਸ ਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਉਹਨਾਂ ਪ੍ਰਧਾਨ ਜਾਜਕਾਂ, ਗ੍ਰੰਥੀਆਂ, ਲੋਕਾਂ ਦੇ ਬਜ਼ੁਰਗਾਂ ਨੂੰ ਆਖਿਆ, ਤਾਂ ਅੱਗੋਂ ਪਵਿੱਤਰ ਆਤਮਾ ਭਰਪੂਰ ਆਖਿਆ, ਹੇ ਕੌਮ ਦੇ ਸਰਦਾਰੋ ਅਤੇ ਬਜ਼ੁਰਗੋ, ਜੇ ਅੱਜ ਸਾਥੋਂ ਇਸ ਭਲੇ ਕੰਮ ਦੇ ਵਿਖੇ ਪੁੱਛਦੇ ਹੋ, ਜਿਹੜਾ ਇੱਕ ਬਲਹੀਨ ਮਨੁੱਖ ਨਾਲ, ਜਿਹੜਾ ਜਮਾਨੂ ਲੰਘਾ ਸੀ, ਉਹ ਕੀ ਕੋ ਚੰਗਾ ਕੀਤਾ ਗਿਆ ਹੈ, ਤਾਂ ਤੁਸੀਂ ਸਭਨਾਂ ਨੂੰ ਅਤੇ ਸਾਲ ਦੇ ਸਾਰਿਆਂ ਲੋਕਾਂ ਨੂੰ ਮਾਲੂਮ ਹੋਵੇ ਕਿ ਯਿਸੂ ਮਸੀਹ ਨਾਸਰੀ ਦੇ ਨਾਮ ਨਾਲ, ਜਿਹਨੂੰ ਤੁਸਾਂ ਸਲੀਬ ਉੱਤੇ ਚੜਾਇਆ, ਜਿਹਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਵਾਲਿਆ, ਉਸੇ ਤੋਂ ਇਹ ਮਨੁੱਖ ਤੁਹਾਡੇ ਸਾਹਮਣੇ ਚੰਗਾ ਭਲਾ ਖੜਾ ਹੈ। ਇਹ ਪ੍ਰਭੂ ਯਿਸੂ ਜੀ, ਇਹ ਉਹ ਪੱਥਰ ਹੈ ਜਿਹਨੂੰ ਤੁਸਾਂ ਰਾਜਾ ਨੇ ਰੱਦਿਆ, ਜਿਹੜਾ ਖੂੰਜੇ ਦਾ ਸਿਰਾ ਹੋ ਗਿਆ, ਅਤੇ ਕਿਸੇ ਦੂਏ ਤੋਂ ਮੁਕਤੀ ਨਹੀਂ, ਕਿਉਂ ਜੋ ਆਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ, ਜਿਸ ਤੋਂ ਅਸੀਂ ਬਚਾਏ ਜਾਣਾ ਹੈ। ਸਾਨੂੰ ਇਸ ਜੋ ਸਿੱਖਿਆ ਦਾ, ਪ੍ਰਭੂ ਯਿਸੂ ਦੇ ਇਹਨਾਂ ਦੇ ਬਚਨਾਂ ਨੂੰ ਅੱਛੀ ਤਰੀਕੇ ਨਾਲ ਜਾਣ ਕੇ, ਪੜ੍ਹ ਕੇ, ਸਮਝ ਕੇ, ਇਹਨਾਂ ਉੱਤੇ ਅਮਲ ਕਰਕੇ ਆਪਣੇ ਆਪ ਨੂੰ ਪ੍ਰਭੂ ਯਿਸੂ ਦੇ ਹਜ਼ੂਰ ਵਿੱਚ ਜਾਂ ਇਸ ਸੰਸਾਰ ਦੇ ਵਿੱਚ ਸਾਨੂੰ ਆਪਣਾ ਜੀਵਨ ਜਿਹੜਾ ਹੈ ਭਗਤੀ ਦੇ ਨਾਲ ਗੁਜ਼ਾਰਨਾ ਚਾਹੀਦਾ ਹੈ। ਇਸ ਲਈ ਅਸੀਂ ਅੱਗੇ ਹੁਣ ਵਧਦੇ ਹੋਏ ਇਸ ਮਾਫੀ ਦੇ ਬਾਰੇ, ਜਿਵੇਂ ਲੋਕ ਆਖਦੇ ਹਨ ਕਿ ਪ੍ਰਭੂ ਯਿਸੂ ਜੀ ਨੇ ਉਹਨਾਂ ਸਲੀਬ ਤੇ ਚੜਾਉਣ ਨਾਲ ਮਾਫ ਕੀਤਾ, ਪਰ ਪ੍ਰਭੂ ਯਿਸੂ ਜੀ ਮਾਫੀ ਦੀ ਵਿਧੀ ਇਵੇਂ ਸਾਨੂੰ ਆਪਣੇ ਬਚਨਾਂ ਰਾਹੀਂ ਬਿਆਨ ਕਰਦੇ ਹਨ, ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਆਪਣੇ ਰਸੂਲਾਂ ਨੂੰ ਦੱਸਦੇ ਹਨ ਕਿ ਜਾਂ ਤੁਸੀਂ ਪ੍ਰਾਰਥਨਾ ਕਰੋ ਤਾਂ ਆਪਣੀ ਕੋਠੜੀ ਦੇ ਵਿੱਚ ਵੜੋ ਅਤੇ ਬੂਹਾ ਬੰਦ ਕਰੋ, ਅਤੇ ਬੂਹਾ ਭੇੜ ਕੇ ਜਾਂ ਬੰਦ ਕਰਕੇ ਆਪਣੇ ਜਿਹੜਾ ਸੁਰਗ ਵਿੱਚ ਪ੍ਰਾਰਥਨਾ ਕਰੋ, ਅਤੇ ਤੁਹਾਡਾ ਪਿਤਾ ਜਿਹੜਾ ਸੁਰਗ ਵਿੱਚ ਆਇਆ ਤੁਹਾਨੂੰ ਫਲ ਦੇਵੇਗਾ। ਇਹ ਤੁਸੀਂ ਇਸ ਬਿਨਾਂ ਜਿਹੜੇ ਆ ਪ੍ਰਾਰਥਨਾ ਕਰੋ। ਜੇ ਤੁਸੀਂ ਅੱਗੇ ਆਖਦੇ ਨੇ ਇਹਦੀ ਮੱਤੀ ਦੀ 6 ਦੀ
14-15 ਵਿੱਚ, ਜੇ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ ਕਰਦੇ ਹੋ ਤਾਂ ਤੁਹਾਡਾ ਸੁਰਗੀ ਪਿਤਾ ਵੀ ਤੁਹਾਨੂੰ ਮਾਫ ਕਰ ਦੇਵੇਗਾ, ਪਰ ਜੇ ਤੁਸੀਂ ਉਹਨਾਂ ਨੂੰ ਉਹਨਾਂ ਦੇ ਅਪਰਾਧ ਮਾਫ ਨਾ ਕਰੋ ਤਾਂ ਤੁਹਾਡਾ ਸੁਰਗੀ ਪਿਤਾ ਵੀ ਮਾਫ ਨਾ ਕਰੇਗਾ। ਫਿਰ ਪ੍ਰਭੂ ਯਿਸੂ ਜੀ ਪਤਰ ਰਸੂਲ ਨੂੰ ਲੂਕਾ 17:3 ਵਿੱਚ ਆਖਦੇ ਹਨ, ਖਬਰਦਾਰ ਰਹੋ, ਜੇ ਤੇਰਾ ਭਾਈ ਤੇਰਾ ਗੁਨਾਹ ਕਰੇ ਉਹਨੂੰ ਸਮਝਾ ਦੇ, ਅਤੇ ਜੇ ਤੋਬਾ ਕਰੇ ਤਾਂ ਉਹਨੂੰ ਮਾਫ ਕਰ। ਜੇ ਉਹ ਇੱਕ ਦਿਨ ਵਿੱਚ 7 ਵਾਰੀ ਤੇਰਾ ਗੁਨਾਹ ਕਰੇ ਅਤੇ 7 ਵਾਰੀ ਤੇਰੇ ਵੱਲ ਮੁੜ ਕੇ ਕਹੇ ਮੈਂ ਤੋਬਾ ਕਰਦਾ ਹਾਂ ਤਾਂ ਉਹਨੂੰ ਮਾਫ ਕਰ। ਸੋ ਇਹ ਹੈ ਵਿਧੀ। ਜੇ ਤੇਰਾ ਭਾਈ ਤੇਰਾ ਗੁਨਾਹ ਕਰੇ ਤਾਂ ਅਤੇ ਤੇਰੀ ਵੱਲ ਮੁੜ ਕੇ ਕਹੇ ਮੈਂ ਤੋਬਾ ਕਰਦਾ ਹਾਂ ਤਾਂ ਉਹਨੂੰ ਮਾਫ ਕਰੋ। ਜੇ ਤੁਸੀਂ ਦਿਲਾਂ ਤੋਂ ਉਹਨਾਂ ਨੂੰ ਆਪਣੇ ਭਾਈਆਂ ਨੂੰ ਮਾਫ ਨਾ ਕਰੋਗੇ, ਜਿਨ੍ਹਾਂ ਨੇ ਆਪਣੇ ਗੁਨਾਹ ਦੀ ਤੋਬਾ ਕਰਕੇ ਤੁਹਾਡੇ ਤੋਂ ਮਾਫੀ ਮੰਗੀ, ਤਾਂ ਪਰਮੇਸ਼ਰ ਪਿਤਾ ਯਿਸੂ ਮਸੀਹ ਜੀ ਵੀ ਮਾਫ ਨਹੀਂ ਕਰਨਗੇ। ਪਰ ਕਈ ਲੋਕ ਪਰਮੇਸ਼ਰ ਯਿਸੂ ਮਸੀਹ ਦੇ ਪੂਰਨ ਬਚਨਾਂ ਦੇ ਗਿਆਨ ਨਾ ਰੱਖਦੇ ਹੋਏ ਆਪਣੀ ਮਨਮਰਜ਼ੀ ਨਾਲ ਆਪਣੇ ਅਪਰਾਧੀਆਂ ਨੂੰ ਬਿਨਾਂ ਮਾਫੀ ਮੰਗੇ ਉਹਨਾਂ ਨੂੰ ਮਾਫੀਆਂ ਦਿੰਦੇ ਹਨ, ਅਤੇ ਇਸ ਦਾ ਦੂਸਰਿਆਂ ਨੂੰ ਵੀ ਜਿਹੜਾ ਹੈ ਮਾਫੀ ਦੇਣ ਦਾ, ਬਿਨਾਂ ਮਾਫੀ ਮੰਗੇ ਤੇ ਮਾਫੀ ਦੇਣ ਦਾ ਉਪਦੇਸ਼ ਦਿੰਦੇ ਰਹਿੰਦੇ ਹਨ, ਜੋ ਕਿ ਪ੍ਰਭੂ ਯਿਸੂ ਮਸੀਹ ਦੀ ਟਰਾਈ ਹੋਈ ਵਿਧੀ ਭਾਈ ਨੂੰ ਮਾਫ ਕਰਨ ਦੀ, ਉਹਦੇ ਪਾਪ ਵਿਧੀ ਦੀ ਉਲੰਘਣਾ ਕਰਦੇ ਹਨ। ਇਸ ਲਈ ਸਾਨੂੰ ਇਹਨਾਂ ਗੱਲਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਸਾਨੂੰ ਸੋਚਣ ਦੀ ਲੋੜ ਹੈ ਕਿ ਜੇਕਰ ਪਹਿਲਾਂ ਹੀ ਸਲੀਬ ਉੱਤੇ ਚੜਾਉਣ ਵਾਲਿਆਂ ਨੂੰ ਪ੍ਰਭੂ ਯਿਸੂ ਜੀ ਨੇ ਮਾਫ ਕਰ ਦਿੱਤਾ ਹੁੰਦਾ, ਤਾਂ ਫਿਰ ਪ੍ਰਭੂ ਯਿਸੂ ਮਸੀਹ ਦਾ ਚੁਣਿਆ ਹੈ ਪਤਰ ਰਸੂਲ ਉਹਨਾਂ ਇਸਰਾਏਲੀ ਯਹੂਦੀਆਂ, ਜਾਜਕਾਂ, ਪ੍ਰਧਾਨਾਂ ਅਤੇ ਗ੍ਰੰਥੀਆਂ ਨੂੰ ਮੁੜ ਤੋਬਾ ਕਰਨ ਤੋਂ ਕਦੀ ਨਾ ਆਖਦੇ। ਪਰ ਇਹ ਸਭ ਕੁਝ ਜੋ ਪਰਮੇਸ਼ਰ ਜੀ ਦੀ ਸ਼ਰ੍ਹਾ, ਜਾਂ ਇਹ ਹੈ ਸ਼ਰ੍ਹਾ ਕਿ ਕਿਵੇਂ ਅਸੀਂ ਮਾਫ ਇੱਕ ਦੂਸਰੇ ਨੂੰ ਕਰ ਸਕਦੇ ਹਾਂ। ਪਰ ਪੌਲ ਜੀ ਸਾਨੂੰ ਸ਼ਰ੍ਹਾ ਅਤੇ ਪ੍ਰਾਰਥਨਾ ਦੇ ਬਾਰੇ ਅਸੀਂ ਹੁਣ ਦੇਖਾਂਗੇ। ਪੌਲ ਰਸੂਲ ਜੀ ਰੋਮੀਆਂ 3:29-31 ਵਿੱਚ ਲਿਖਦਾ ਹੈ, ਅਥਵਾ ਕੀ ਪਰਮੇਸ਼ਰ ਸਿਰਫ ਯਹੂਦੀਆਂ ਦਾ ਹੈ ਅਤੇ ਪਰਾਈਆਂ ਕੌਮਾਂ ਦਾ ਨਹੀਂ? ਆਹੋ, ਕਿਉਂ ਜੋ ਪਰਮੇਸ਼ਰ ਇੱਕੋ ਹੈ, ਜਿਹੜਾ ਸੁਣਤਿਆਂ ਨੂੰ ਨੇਚਾ ਤੋਂ ਹੀ ਅਤੇ ਅਸੁਣਤਿਆਂ ਨੂੰ ਨੇਚਾ ਹੀ ਦੇ ਕਾਰਨ ਧਰਮੀ ਠਹਿਰਾਵੇਗਾ। ਉਪਰੰਤ ਹੁਣ ਇੱਥੇ ਖਾਸ ਕਰਕੇ ਬਹੁਤ ਸਾਰੇ ਲੋਕ ਸ਼ਰ੍ਹਾ ਨੂੰ ਜਿਹੜਾ ਹੈ ਕਹਿੰਦੇ ਸਾਨੂੰ ਪੁਰਾਣੀ ਸ਼ਰ੍ਹਾ ਨੂੰ ਮੰਨਣ ਦੀ ਕੀ ਲੋੜ ਆ, ਪਰ ਪੌਲ ਰਸੂਲ ਜੀ ਕਹਿੰਦੇ ਹਨ ਉਪਰੰਤ ਕੀ ਸ਼ਰ੍ਹਾ ਨੂੰ ਨੇਚਾ ਦੇ ਕਾਰਨ ਕੀ ਅਸੀਂ ਸ਼ਰ੍ਹਾ ਨੂੰ ਨੇਚਾ ਦੇ ਅਸੀਂ ਆਪਣੀ ਨੇਚਾ ਦੇ ਕਾਰਨ ਵਿਥਿਆ ਕਰਦੇ ਹਾਂ? ਪੌਲ ਕਹਿੰਦਾ ਹੈ ਕਦੀ ਨਹੀਂ, ਸਗੋਂ ਸ਼ਰ੍ਹਾ ਨੂੰ ਕਾਇਮ ਰੱਖਦੇ ਹਾਂ। ਕੋਈ ਸ਼ਰ੍ਹਾ ਸਾਨੂੰ ਪਾਪਾਂ ਤੋਂ ਮਾਫ ਨਹੀਂ ਕਰਦੀ, ਪਰ ਸ਼ਰ੍ਹਾ ਸਾਨੂੰ ਪਾਪਾਂ ਦੀ ਪਹਿਚਾਣ ਕਰਾਉਂਦੀ ਹੈ। ਇਸ ਲਈ ਸ਼ਰ੍ਹਾ ਪਵਿੱਤਰ ਹੈ, ਇਸ ਲਈ ਹੁਕਮਨਾਮਾ ਪਵਿੱਤਰ ਹੈ, ਯਾਦ ਰੱਖੋ। ਕਿਉਂਕਿ ਪਤਰ ਰਸੂਲ ਜੀ ਆਪਣੇ ਦੂਸਰੇ ਪੱਤਰ 20-22 ਵਿੱਚ ਲਿਖਦੇ ਹਨ ਕਿ ਜੇ ਕੋਈ, ਫਿਰ ਦੁਆਰਾ ਮੈਂ ਤੁਹਾਨੂੰ ਯਾਦ ਦਿਲਾਉਣਾ ਚਾਹੁੰਦਾ ਹਾਂ ਕਿ ਲਿਖਦੇ ਹਨ ਕਿ ਜੇ ਕੋਈ ਜਿਹੜਾ ਹੈ ਪਰਮੇਸ਼ਰ ਯਿਸੂ ਮਸੀਹ ਦੇ ਗਿਆਨ ਦੁਆਰਾ ਬਚ ਕੇ ਮੁੜ ਜਿਹੜਾ ਹੈ ਉਸ ਸੰਸਾਰ ਦੇ ਗੰਦਮੰਦ ਤੋਂ ਬਚ ਕੇ ਮੁੜ ਜਿਹੜਾ ਉਹ ਪ੍ਰਭੂ ਯਿਸੂ ਮਸੀਹ ਦੇ ਬਚਨਾਂ ਨੂੰ ਤੋੜ ਕੇ ਜਿਹੜਾ ਹੈ ਦੁਆਰਾ ਉਸ ਗੰਦਮੰਦ ਵਿੱਚ ਫਸਦਾ ਹੈ, ਤਾਂ ਪ੍ਰਭੂ ਯਿਸੂ ਜੀ ਜਿਹੜੇ ਹੈ ਉਹ ਦੇ ਆਪਣੇ ਪੱਤਰ ਰਸੂਲ ਦੇ ਰਾਹੀਂ ਇਵੇਂ ਆਖਦੇ ਹਨ। ਇਸ ਦੀ ਅਸੀਂ ਹੁਣ ਪੜਾਂਗੇ। ਲਿਖਿਆ ਹੈ ਜੇਕਰ ਉਹ ਇਨਸਾਨ ਜਿਹੜਾ ਬਚ ਗਿਆ ਹੈ ਪ੍ਰਭੂ ਯਿਸੂ ਦੇ ਗਿਆਨ ਦੁਆਰਾ, ਉਹ ਮੁੜ ਕੇ ਫਸ ਜਾਏ। ਅਸੀਂ ਦੂਸਰਾ ਜਿਹੜਾ ਪਤਰਸ ਉਹਦੀ 2:20
ਤੋਂ ਭਾਈ ਪੜਾਂਗੇ। ਜੇਕਰ ਉਹ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਗਿਆਨ ਦੇ ਦੁਆਰਾ ਸੰਸਾਰ ਦੇ ਗੰਦਮੰਦ ਉਹ ਬਚ ਕੇ ਉਸ ਵਿੱਚ ਮੁੜ ਫਸਣ ਅਤੇ ਹਸਾੜੇ ਹੋ ਜਾਣ, ਉਹਨਾਂ ਦਾ ਪਿਛਲਾ ਹਾਲ ਪਹਿਲੇ ਨਾਲੋਂ ਵੀ ਬੁਰਾ ਹੋਇਆ, ਕਿਉਂ ਜੋ ਧਰਮ ਦਾ ਮਾਰਗ ਨਾ ਹੀ ਜਾਣਨਾ ਇਸ ਨਾਲੋਂ ਚੰਗਾ ਸੀ ਭਈ ਉਹਨੂੰ ਜਾਣ ਕੇ ਉਹ ਪਵਿੱਤਰ ਆਗਿਆ ਤੋਂ ਜੋ ਉਹਨਾਂ ਨੂੰ ਕੀਤੀ ਗਈ ਸੀ ਫਿਰ ਜਾਣ। ਇਹ ਸੱਚੀ ਕਹਾਵਤ ਉਹਨਾਂ ਉੱਤੇ ਠੀਕ ਫੱਬਦੀ ਹੈ, ਠੀਕ ਬਹਿੰਦੀ ਹੈ ਭਈ ਕੁੱਤਾ ਆਪਣੀ ਉੱਪਰ ਛੱਲ ਵੱਲ ਮੁੜਿਆ ਅਤੇ ਨਲਾਈ ਹੋਈ ਸੂਰਨੀ ਚਿੱਕੜ ਵਿੱਚ ਲੇਟਣ ਨੂੰ ਮੁੜ ਗਈ। ਸੋ ਇਹਨਾਂ ਬਚਨਾਂ ਨੂੰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ, ਕਿਉਂਕਿ ਇਹ ਪ੍ਰਭੂ ਯਿਸੂ ਮਸੀਹ ਦੇ ਬਚਨ ਹਨ। ਇਸ ਲਈ ਜਿਹੜਾ ਹੈ ਨੇ ਪੌਲ ਰਸੂਲ ਜੀ ਫਿਰ ਆਪਣੇ ਲੋਕਾਂ ਨੂੰ ਕੁਰਿੰਥੀਆਂ ਨੂੰ ਆਖਦੇ ਹਨ, ਕੁਰਿੰਥੀਆਂ ਦੀ ਕਲੀਸਿਆ ਨੂੰ ਲਿਖਦੇ ਹਨ, ਅਸੀਂ ਲਿਖਦੇ ਨੇ ਅਸੀਂ ਗਿਆਨ ਸੁਣਾਉਂਦੇ ਹਾਂ, ਪਰ ਉਹ ਗਿਆਨ ਨਹੀਂ ਜੋ ਇਸ ਯੁੱਗ ਦਾ ਹੋਵੇ ਅਤੇ ਨਾ ਇਸ ਯੁੱਗ ਦੇ। ਅਸੀਂ ਗਿਆਨ ਸੁਣਾਉਂਦੇ ਹਾਂ ਪਰ ਉਹ ਗਿਆਨ ਨਹੀਂ ਜੋ ਇਸ ਯੁੱਗ ਦਾ ਹੋਵੇ, ਨਾ ਇਸ ਯੁੱਗ ਦੇ ਹਾਕਮਾਂ ਦਾ ਜਿਹੜੇ ਨਾਸ ਹੋ ਰਹੇ ਹਨ, ਸਗੋਂ ਪਰਮੇਸ਼ਰ ਦਾ ਗੁਪਤ ਗਿਆਨ ਭੇਦ ਨਾਲ ਸੁਣਾਉਂਦੇ ਹਾਂ, ਜਿਹਨੂੰ ਪਰਮੇਸ਼ਰ ਨੇ ਯੁੱਗਾਂ ਤੋਂ ਪਹਿਲਾਂ ਸਾਡੇ ਪ੍ਰਤਾਪ ਲਈ ਠਹਿਰਾਇਆ, ਜਿਹਨੂੰ ਇਸ ਯੁੱਗ ਦੇ ਹਾਕਮਾਂ ਵਿੱਚੋਂ ਕਿਸੇ ਨੇ ਨਾ ਜਾਣਿਆ, ਕਿਉਂਕਿ ਜੇਕਰ ਉਹ ਜਾਣਦੇ ਤਾਂ ਤੇਜਵਾਨ ਪ੍ਰਭੂ ਯਿਸੂ ਮਸੀਹ ਜੀ ਨੂੰ ਸਲੀਬ ਉੱਤੇ ਨਾ ਚਾੜਦੇ। ਪ੍ਰਭੂ ਯਿਸੂ ਮਸੀਹ ਦੇ ਚੁਣਿਆ ਹੋਇਆ ਸੇਵਕ ਫਿਰ ਬਿਆਨ ਕਰਦੇ ਹਨ ਕਿ ਮੈਂ ਜਿਹੜੀ ਹੈਗਾ ਪਹਿਲਾ ਕੁਰਿੰਥੀਆਂ ਉਹਦੀ 1 ਤੋਂ 18 ਪਹਿਲੇ ਚੈਪਟਰ ਦੀ 18 ਵਿੱਚ ਆਖਦੇ ਹਨ, ਸਲੀਬ ਦੀ ਕਥਾ ਤਾਂ ਉਹਨਾਂ ਦੇ ਭਾਣੇ ਜਿਹੜੇ ਨਾਸ ਹੋ ਰਹੇ ਹਨ ਮੂਰਖਤਾਈ ਹੈ, ਪਰੰਤੂ ਸਾਡੇ ਭਾਣੇ ਜਿਹੜੇ ਬਚਾਏ ਜਾਂਦੇ ਹਾਂ ਉਹ ਪਰਮੇਸ਼ਰ ਦੀ ਸ਼ਕਤੀ ਹੈ। ਫਿਰ ਅੱਗੇ ਜਾ ਕੇ 23-24 ਚੈਪਟਰ ਵਿੱਚ ਆਖਦੇ ਹਨ, ਪਰ ਅਸੀਂ ਸਲੀਬ ਦੇ ਉੱਤੇ ਮਸੀਹ ਦਾ ਪ੍ਰਚਾਰ ਕਰਦੇ ਹਾਂ, ਉਹ ਯਹੂਦੀਆਂ ਦੇ ਲੇਖੇ ਠੋਕਰ ਦਾ ਕਾਰਨ, ਪਰਾਈਆਂ ਕੌਮਾਂ ਦੇ ਲੇਖੇ ਮੂਰਖਤਾਈ ਹੈ, ਪਰ ਉਹਨਾਂ ਦੇ ਲੇਖੇ ਜਿਹੜੇ ਸੱਦੇ ਹੋਏ ਹਨ ਭਾਵੇਂ ਯਹੂਦੀ ਭਾਵੇਂ ਯੂਨਾਨੀ, ਮਸੀਹ ਪਰਮੇਸ਼ਰ ਦੀ ਸ਼ਕਤੀ ਅਤੇ ਪਰਮੇਸ਼ਰ ਦਾ ਗਿਆਨ ਹੈ। ਆਮੀਨ ਆਮੀਨ।